ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਵੀ ਚਰਚਾ ਕੀਤੀ ਸੀ ਕਿ ਪੰਜਾਬ ਸਮੇਤ ਸਾਰੇ ਭਾਰਤ ਦੇ ਕਿਸਾਨ ਬੜੇ ਹੀ ਲੰਬੇ ਸਮੇਂ ਤੋਂ ਦਿੱਲੀ ਦੇ ਸਾਰੇ ਬਾਰਡਰਾਂ ਤੇ ਸ਼ਾਂਤਮਈ ਅੰਦੋਲਨ ਕਰ ਰਹੇ ਨੇ। ਹੁਣ ਸਭ ਤੋਂ ਪਹਿਲਾਂ ਹਰ ਇੱਕ ਦੇ ਮਨ ਦੇ ਵਿੱਚ ਇਹੀ ਗੱਲ ਆਉਂਦੀ ਹੈ ਕਿ ਕਿਸਾਨਾਂ ਦੀ ਅਸਲ ਮੰਗ ਕੀ ਹੈ, ਕਿਸਾਨ ਕੀ ਚਾਹੁੰਦੇ ਨੇ। ਹੁਣ ਜਿੱਥੇ ਤੱਕ ਕਿਸਾਨਾਂ ਦੀ ਮੰਗ ਦੀ ਗੱਲ ਹੈ ਤਾਂ ਕਿਸਾਨਾਂ ਨੇ ਬੜੇ ਹੀ ਸਪਸ਼ਟ ਢੰਗ ਨਾਲ ਪਹਿਲੇ ਦਿਨੋਂ ਕਿਹਾ ਕਿ ਸਾਨੂੰ ਖੇਤੀਬਾੜੀ ਨੂੰ ਲੈ ਕੇ ਜੋ ਕੇਂਦਰ ਸਰਕਾਰ ਨੇ 3 ਕਾਨੂੰਨ ਬਣਾਏ ਨੇ, ਇਹ ਤਿੰਨੇ ਕਾਨੂੰਨਾਂ ਨੂੰ ਤੁਸੀਂ ਰੱਦ ਕਰੋ। ਕਿਸਾਨਾਂ ਨੂੰ ਹੋਰ ਕੋਈ ਮੰਗ ਨਹੀਂ ਚਾਹੀਦੀ। ਕਿਸਾਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਰੱਖੀ ਹੈ। ਹੁਣ ਇਹਦੇ ਵਿੱਚ ਸਰਕਾਰ ਦਾ ਪੱਖ ਕੀ ਹੈ? ਹੁਣ ਜਦੋਂ ਕੇਂਦਰ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਕੇਂਦਰ ਸਰਕਾਰ ਬਾਰ-ਬਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਖੇਤੀਬਾੜੀ ਦੇ ਕਾਨੂੰਨ ਬਣਾਏ ਨੇ, ਕਿਸਾਨਾਂ ਲਈ ਬਣਾਏ ਨੇ, ਕਿਸਾਨਾਂ ਦੇ ਹਿੱਤਾਂ ਵਾਸਤੇ ਬਣਾਏ ਨੇ, ਤਾਂ ਅਸੀਂ ਇਹਨਾਂ ਨੂੰ ਰੱਦ ਨਹੀਂ ਕਰ ਸਕਦੇ। ਹੁਣ ਇਸੇ ਚੀਜ਼ ਨੂੰ ਲੈ ਕੇ ਅੰਦੋਲਨ ਤੋਂ ਜਦੋਂ ਦਾ ਅੰਦੋਲਨ ਜਾਰੀ ਹੈ ਤਾਂ ਕਿਸਾਨਾਂ ਤੇ ਸਰਕਾਰ ਦੀ ਨੁਮਾਇੰਦਿਆਂ ਦੀ ਮੀਟਿੰਗਾਂ ਸ਼ੁਰੂ ਹੋਈਆਂ। ਹੁਣ 6-7 ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਅੱਗੇ ਵੀ ਕਿਸਾਨਾਂ ਨੂੰ ਸੱਦਾ ਆਇਆ ਮੀਟਿੰਗ ਵਾਸਤੇ। ਤਾਂ ਜਦੋਂ ਇਹ ਮੀਟਿੰਗਾਂ ਚੱਲੀਆਂ ਤਾਂ ਉਹਦੇ ਵਿੱਚ ਕਿਸਾਨਾਂ ਨੇ ਸਭ ਤੋਂ ਪਹਿਲੀ ਗੱਲ ਹੀ ਇਹ ਕਹੀ ਕਿ ਇਹ ਸਾਰੇ ਕਾਨੂੰਨ ਗੈਰ ਸੰਵਿਧਾਨਕ ਨੇ, ਇਹਨਾਂ ਨੂੰ ਵਾਪਸ ਲਓ। ਹੁਣ ਜਦੋਂ ਸਰਕਾਰ ਨੂੰ ਇਹ ਲੱਗਿਆ ਕਿ ਇਹ ਇਸੇ ਗੱਲ ਤੇ ਖੜੇ ਨੇ ਕਿ ਕਾਨੂੰਨ ਗੈਰ ਸੰਵਿਧਾਨਕ ਨੇ, ਤਾਂ ਸਰਕਾਰ ਨੇ ਉਹਨਾਂ ਨੂੰ ਇਹਨਾਂ ਕਾਨੂੰਨਾਂ ਦੀਆਂ ਲਾਭ ਗਿਣਾਉਣੇ ਸ਼ੁਰੂ ਕੀਤੇ ਕਿ ਇਹ ਤੁਹਾਡੇ ਲਈ ਫਾਇਦੇਮੰਦ ਨੇ, ਤੁਹਾਡੇ ਹਿੱਤਾਂ ਵਾਸਤੇ। ਤਾਂ ਜਦੋਂ ਉਹਨਾਂ ਨੇ ਫਾਇਦੇ ਗਿਣਾਏ ਤਾਂ ਕਿਸਾਨਾਂ ਨੇ ਉਹਦੇ ਵਿੱਚ ਵੀ ਕਮੀਆਂ ਕੱਢੀਆਂ ਕਿ ਇਹ ਸਾਨੂੰ ਸਾਰੇ ਖਦਸ਼ੇ ਨੇ, ਤੁਹਾਡੇ ਕਾਨੂੰਨ ਇੱਥੇ ਗਲਤ ਨੇ। ਤਾਂ ਕੇਂਦਰ ਸਰਕਾਰ ਨੂੰ ਲੱਗਿਆ ਕਿ ਇਹ ਖਦਸ਼ੇ ਵੀ ਜਾਇਜ਼ ਨੇ। ਦੂਜੀ ਗੱਲ, ਕੇਂਦਰ ਸਰਕਾਰ ਇਹ ਚਾਹੁੰਦੀ ਸੀ ਕਿ ਕਿਸਾਨ ਇਸ ਮੰਗ ਨੂੰ ਛੱਡਣ ਕਿ ਅਸੀਂ ਰੱਦ ਕਰਨਾ ਹੈ, ਤਾਂ ਉਹਨਾਂ ਨੇ ਇਹ ਪ੍ਰਚਾਰ ਸ਼ੁਰੂ ਕਰਤਾ ਮੀਡੀਆ ਦੇ ਵਿੱਚ ਵੀ ਕਿਸਾਨਾਂ ਦੇ ਖਦਸ਼ੇ ਅਸੀਂ ਦੂਰ ਕਰਨ ਨੂੰ ਤਿਆਰ ਹਾਂ, ਅਸੀਂ ਆਪਣੇ ਬਣਾਏ ਹੋਏ ਜੋ ਕਾਨੂੰਨ ਹੈ ਉਹਨਾਂ 'ਚ ਬਦਲਾਅ ਕਰਨ ਨੂੰ ਵੀ ਤਿਆਰ ਹੈ, ਪਰ ਕਿਸਾਨ ਇਸ ਜਿੱਦ ਤੇ ਅੜੇ ਹੋਏ ਨੇ ਕਿ ਸਾਨੂੰ ਕਾਨੂੰਨ ਰੱਦ ਚਾਹੀਦੇ ਨੇ। ਹੁਣ ਮੀਡੀਆ ਦੇ ਵਿੱਚ ਬਾਰ-ਬਾਰ ਪ੍ਰਚਾਰ ਹੋ ਰਿਹਾ ਹੈ ਕਿ ਜਦੋਂ ਸਰਕਾਰ ਕਿਸਾਨਾਂ ਦੇ ਖਦਸ਼ਿਆਂ ਨੂੰ ਦੂਰ ਕਰਨ ਨੂੰ ਤਿਆਰ ਹੈ, ਕਿਸਾਨਾਂ ਦੇ ਹਿਸਾਬ ਨਾਲ ਬਦਲਾਅ ਕਰਨ ਨੂੰ ਤਿਆਰ ਹੈ, ਤਾਂ ਫਿਰ ਬਾਰ-ਬਾਰ ਅੰਦੋਲਨ ਖਤਮ ਕਿਉਂ ਨਹੀਂ ਕਰਨ ਦੀ ਗੱਲਾਂ ਹੋ ਰਹੀਆਂ? ਇਸੇ ਗੱਲ ਤੇ ਕਿਉਂ ਖੜੇ ਨੇ ਕਿ ਸਾਨੂੰ ਕਾਨੂੰਨ ਰੱਦ ਕਰਕੇ ਦਿਓ। ਹੁਣ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਤਾਂ ਕਿਸਾਨ ਆਗੂ ਵੀ ਬਾਰ-ਬਾਰ ਇਹ ਗੱਲ ਸੁਣ ਕੇ ਅੱਕ ਚੁੱਕੇ ਸੀ ਕਿ ਸਾਡੇ ਲਈ ਕਿਸਾਨਾਂ ਲਈ ਕਾਨੂੰਨ ਬਣਾਏ ਨੇ, ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਤਾਂ ਕਿਸਾਨਾਂ ਨੇ ਵੀ ਮੀਟਿੰਗ ਦੇ ਵਿੱਚ ਫਿਰ ਐਂਡ ਤੇ ਇਹੀ ਗੱਲ ਕਹੀ ਕਿ ਪੇਪਰ ਤੇ ਲਿਖ ਕੇ ਦੇਤਾ ਯੈਸ ਔਰ ਨੋ, ਕਿ ਤੁਸੀਂ ਹਾਂ ਜਾਂ ਨਾ ਦੇ ਵਿੱਚ ਦੱਸੋ ਕਿ ਇਹ ਕਾਨੂੰਨ ਤੁਸੀਂ ਰੱਦ ਕਰੋਗੇ ਜਾਂ ਨਹੀਂ ਕਰਨੇ। ਉਸ ਤੋਂ ਬਾਅਦ ਅਮਿਤ ਸ਼ਾਹ ਨਾਲ ਮੀਟਿੰਗ ਵੀ ਹੋਈ। ਉਸੇ ਗੱਲ ਦੇ ਵਿੱਚ ਉਹਨਾਂ ਨੂੰ ਕਿਸਾਨਾਂ ਨੂੰ ਫਿਰ ਸਮਝਾਇਆ ਗਿਆ ਕਿ ਕਾਨੂੰਨ ਤੁਹਾਡੇ ਲਈ ਬਣਾਏ ਗਏ ਨੇ, ਤੁਹਾਡੇ ਫਾਇਦੇ ਦੇ ਨੇ, ਤੁਸੀਂ ਰੱਦ ਕਰਨ ਦੀ ਗੱਲ ਨਾ ਕਰੋ। ਹੁਣ ਜਦੋਂ ਬਾਹਰ ਆ ਕੇ ਗੱਲਾਂ ਹੋਈਆਂ ਤਾਂ ਕਿਸਾਨਾਂ ਦੇ ਆਗੂਆਂ ਨੇ ਬੜੇ ਸੁਚੱਜੇ ਢੰਗ ਨਾਲ ਸਮਝਾਇਆ ਕਿ ਅਸੀਂ ਇਹ ਲੜਾਈ ਸੰਵਿਧਾਨ ਲਈ ਲੜ ਰਹੇ ਹਾਂ। ਕਿਸਾਨਾਂ ਦੇ ਆਗੂ, ਜੇ ਤੁਸੀਂ ਉਹਨਾਂ ਦੀ ਵੀਡੀਓ ਸੁਣੋ, ਰਾਜੇਵਾਲ ਸਾਹਿਬ ਨੇ ਆਪਣੀ ਵੀਡੀਓ ਦੇ ਵਿੱਚ ਇਹ ਗੱਲ ਰੱਖੀ ਹੈ ਕਿ ਸੰਵਿਧਾਨ ਦਾ 7ਵਾਂ ਆਪਣੇ ਕਨਸਟੀਟਿਊਸ਼ਨ ਦਾ ਸੰਵਿਧਾਨ ਦਾ 7ਵਾਂ ਸ਼ਡਿਊਲ ਹੈ, ਉਹਦੇ ਵਿੱਚ ਸਭ ਗੱਲਾਂ ਨੇ ਤੇ ਇਹਨਾਂ ਨੇ ਉਹਨਾਂ ਗੱਲਾਂ ਦਾ ਜੋ ਸੰਵਿਧਾਨ ਆ ਉਹਦੀ ਉਲੰਘਣਾ ਕੀਤੀ ਹੈ। ਹੁਣ ਅੱਜ ਆਪਾਂ ਇਸ ਵੀਡੀਓ 'ਚ ਇਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੰਵਿਧਾਨ ਕੀ ਕਹਿੰਦਾ ਹੈ, ਕਿਸਾਨਾਂ ਦੀ ਮੰਗ ਜਾਇਜ਼ ਹੈ ਜਾਂ ਨਹੀਂ ਹੈ। ਹੁਣ ਸੰਵਿਧਾਨ ਕੀ ਕਹਿੰਦਾ? ਹੁਣ ਜਦੋਂ ਆਪਾਂ ਸੰਵਿਧਾਨ ਦੇ 7ਵੇਂ ਸ਼ਡਿਊਲ ਦੀ ਗੱਲ ਕਰਦੇ ਹਾਂ ਤਾਂ ਮੇਰੇ ਕੋਲੇ ਆਹ ਕਾਪੀ ਵੀ ਹੈ, ਤੁਸੀਂ ਵੀ ਬੜੇ ਆਰਾਮ ਨਾਲ ਆਪਣੇ ਇੰਟਰਨੈਟ ਤੇ ਬੈਠ ਕੇ ਇਹਨੂੰ ਸਰਚ ਕਰ ਸਕਦੇ ਹੋ। ਆਪਣੇ ਫੋਨ ਤੇ, ਆਪਣੇ ਮੋਬਾਈਲ ਤੇ ਨੈਟ ਤੇ ਸਰਚ ਮਾਰੋ ਕਿ ਕਨਸਟੀਟਿਊਸ਼ਨ ਦਾ 7ਵਾਂ ਸ਼ਡਿਊਲ 7th ਸ਼ਡਿਊਲ ਕੀ ਕਹਿੰਦਾ, ਤਾਂ ਤੁਹਾਡੇ ਕੋਲ ਉਹਦੇ ਕੋਲ ਪੂਰੀ ਲਿਸਟ ਆ ਜਾਊਗੀ। ਹੁਣ ਸੰਵਿਧਾਨ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਹਾਂ ਤਾਂ ਸੰਵਿਧਾਨ ਦੇ ਵਿੱਚ ਆਪਣੇ ਕੋਲ 3 ਲਿਸਟਾਂ ਆਉਂਦੀਆਂ। ਸਭ ਤੋਂ ਪਹਿਲੀ ਲਿਸਟ ਹੈ ਲਿਸਟ 1 ਯੂਨੀਅਨ ਲਿਸਟ, ਕਿ ਕੇਂਦਰ ਸਰਕਾਰ ਦੇ ਕੀ ਅਧਿਕਾਰ ਨੇ। ਉਸ ਤੋਂ ਬਾਅਦ ਦੂਜੀ ਲਿਸਟ ਹੈ ਸਟੇਟ ਲਿਸਟ, ਕਿ ਸੂਬਾ ਸਰਕਾਰ ਦੇ ਕੀ ਅਧਿਕਾਰ ਨੇ। ਤੇ ਉਸ ਤੋਂ ਬਾਅਦ ਤੀਜੀ ਲਿਸਟ ਹੈ ਕੌਨਕਰੈਂਟ ਲਿਸਟ, ਕਿ ਕੇਂਦਰ ਅਤੇ ਸੂਬਾ ਸਰਕਾਰ ਦੋਨਾਂ ਸਰਕਾਰਾਂ ਦੇ ਕੀ ਅਧਿਕਾਰ ਨੇ। ਹੁਣ ਆਪਾਂ ਸਾਰਾ ਸੰਵਿਧਾਨ ਤਾਂ ਨਹੀਂ ਅੱਜ ਡਿਸਕਸ ਕਰਨਾ, ਜਦੋਂ ਆਪਣੀ ਗੱਲ ਹੀ ਖੇਤੀਬਾੜੀ ਤੇ ਖੜੀ ਹੈ ਕਿ ਖੇਤੀਬਾੜੀ ਲਈ ਕੇਂਦਰ ਸਰਕਾਰ ਨੇ ਕਾਨੂੰਨ ਬਣਾਏ ਨੇ ਤਾਂ ਉਹਨਾਂ ਦਾ ਅਧਿਕਾਰ ਹੈ ਵੀ ਜਾਂ ਨਹੀਂ, ਗੱਲ ਇੱਥੇ ਖੜੀ ਹੈ। ਹੁਣ ਕਿਸਾਨ ਕੀ ਕਹਿ ਰਹੇ ਨੇ? ਗੈਰ ਸੰਵਿਧਾਨਿਕ ਨੇ। ਗੈਰ ਸੰਵਿਧਾਨਿਕ ਕਿਉਂ ਨੇ? ਕਿਉਂਕਿ ਜਦੋਂ ਆਪਾਂ ਕੇਂਦਰ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਜਿਹੜੀ ਕਿ ਲਿਸਟ 1 ਯੂਨੀਅਨ ਲਿਸਟ ਦੇ ਵਿੱਚ ਆਉਂਦੇ ਨੇ, ਜਦੋਂ ਤੁਸੀਂ ਇਹਦੇ ਵਿੱਚ ਪੜ੍ਹੋਗੇ ਤਾਂ ਤੁਸੀਂ ਪੂਰਾ ਕਾਨੂੰਨ ਪੜ੍ਹ ਕੇ ਦੇਖ ਲਓ। ਦੇਖੋ, ਯੂਨੀਅਨ ਲਿਸਟ ਦੇ ਵਿੱਚ ਟੋਟਲ 97 ਪੁਆਇੰਟ ਨੇ। ਅਮੈਂਡਮੈਂਟ ਹੋਣ ਤੋਂ ਬਾਅਦ ਕੋਈ ਪੁਆਇੰਟ ਕਿਸੇ ਟਾਈਮ ਤੇ ਬਦਲਾਅ ਕਰ ਦਿੱਤਾ ਜਾਂਦਾ ਹੈ, ਪਰ ਜਮਾਂ ਲੇਟੈਸਟ ਲਿਸਟ ਹੈ, ਇਹਦੇ ਵਿੱਚ 97 ਪੁਆਇੰਟ ਨੇ। ਕੁਝ ਪੁਆਇੰਟ ਜਿਹੜੇ ਖਾਲੀ ਛੱਡੇ ਹੁੰਦੇ ਨੇ ਉਹ ਇਸ ਦਾ ਮਤਲਬ ਕਿ ਹਟਾ ਦਿੱਤੇ ਗਏ ਨੇ। ਹੁਣ ਜਦੋਂ ਤੁਸੀਂ ਸਭ ਤੋਂ ਨਵੇਂ ਲਿਸਟ ਦੇ ਵਿੱਚ ਤੁਸੀਂ ਸਰਚ ਕਰੋਗੇ, ਲੱਭੋਗੇ ਕਿ ਖੇਤੀਬਾੜੀ ਕਿੱਥੇ ਲਿਖਿਆ, ਤਾਂ ਤੁਹਾਨੂੰ ਬੜੇ ਇਸ ਵਿੱਚ ਪਤਾ ਲੱਗੂਗਾ ਕਿ ਖੇਤੀਬਾੜੀ ਦਾ ਕੋਈ ਅਧਿਕਾਰ ਕੇਂਦਰ ਸਰਕਾਰ ਕੋਲੇ ਨਹੀਂ ਹੈ, ਕਿਉਂਕਿ ਇਹਦੇ ਵਿੱਚ ਬੜੇ ਕਲੀਅਰ ਢੰਗ ਨਾਲ ਲਿਖਿਆ ਹੈ ਵੀ ਜਿਹਨੂੰ ਵੀ ਆਪਾਂ ਸਾਰਾ ਕੁਝ ਪੜ੍ਹਦੇ ਹਾਂ, ਖੇਤੀਬਾੜੀ ਦਾ ਆਪਾਂ ਵਰਡ ਸਰਚ ਕਰਾਂਗੇ ਤਾਂ ਉਹਦੇ ਵਿੱਚ 82 ਨੰਬਰ ਪੁਆਇੰਟ ਤੇ ਪਹਿਲੀ ਵਾਰ ਖੇਤੀਬਾੜੀ ਦਾ ਜ਼ਿਕਰ ਹੁੰਦਾ ਹੈ। ਉਹਦੇ 'ਚ ਵੀ ਇਹ ਲਿਖਿਆ ਹੈ
ਕਿ ਜਿਹੜੀ ਇਨਕਮ ਹੈ, ਜਿਹੜੀ ਆਮਦਨ ਹੈ, ਉਹ ਤੇ ਟੈਕਸ ਲਾਇਆ ਜਾ ਸਕਦਾ ਹੈ, ਪਰ ਖੇਤੀਬਾੜੀ ਤੋਂ ਛੱਡ ਕੇ। ਯਾਨੀ ਕਿ ਕੇਂਦਰ ਸਰਕਾਰ ਕੋਲ ਖੇਤੀਬਾੜੀ ਦੀ ਆਮਦਨ ਤੇ ਅਧਿਕਾਰ ਨਹੀਂ। 86 ਨੰਬਰ ਪੁਆਇੰਟ ਤੇ ਲਿਖਿਆ ਹੈ ਕਿ ਕੋਈ ਵੀ ਅਸੈਟ ਤੇ ਕੋਈ ਵੀ ਕੈਪੀਟਲ ਵੈਲਿਊ ਟੈਕਸ ਲਾਉਣਾ ਹੈ, ਉਹ ਤੁਸੀਂ ਲਾ ਸਕਦੇ ਹੋ, ਕੇਂਦਰ ਸਰਕਾਰ ਲਾ ਸਕਦੀ ਹੈ, ਐਕਸਕਲੂਸਿਵ ਆਫ ਐਗਰੀਕਲਚਰ ਲੈਂਡ, ਕਿ ਖੇਤੀਬਾੜੀ ਦੀ ਜ਼ਮੀਨ ਤੇ ਫੇਰ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਦੋ ਜਗ੍ਹਾ ਤੇ ਹੋਰ ਖੇਤੀਬਾੜੀ ਦਾ ਜ਼ਿਕਰ ਹੋਇਆ, 87 ਨੰਬਰ ਪੁਆਇੰਟ ਤੇ 88, ਜਿਹਦੇ ਵਿੱਚ ਵੀ ਇਹੀ ਲਿਖਿਆ ਹੈ ਕਿ ਐਕਸਾਈਜ਼ ਡਿਊਟੀ ਜਾਂ ਕੋਈ ਵੀ ਡਿਊਟੀ ਤੁਸੀਂ ਲਾਉਣੀ ਹੈ, ਉਹ ਲਾ ਸਕਦੀ ਹੈ ਕੇਂਦਰ ਸਰਕਾਰ, ਪਰ ਖੇਤੀਬਾੜੀ ਦੀ ਜ਼ਮੀਨ ਨੂੰ ਛੱਡ ਕੇ। ਯਾਨੀ ਕਿ 4 ਜਗ੍ਹਾ ਤੇ ਖੇਤੀਬਾੜੀ ਦਾ ਸ਼ਬਦ ਯੂਜ਼ ਹੋਇਆ ਹੈ, ਵਰਤੋਂ 'ਚ ਆਇਆ। ਹਰ ਇੱਕ ਜਗ੍ਹਾ ਤੇ ਇਹੀ ਲਿਖਿਆ ਗਿਆ ਕਿ ਖੇਤੀਬਾੜੀ ਤੇ ਕੇਂਦਰ ਸਰਕਾਰ ਦਾ ਕੋਈ ਅਧਿਕਾਰ ਨਹੀਂ ਹੈ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਅਧਿਕਾਰਾਂ ਦੀ ਸੂਬਾ ਸਰਕਾਰ ਦੇ, ਕਿ ਸਟੇਟ ਲਿਸਟ ਦੇ ਵਿੱਚ ਕੀ ਹੈ, ਤਾਂ ਸਟੇਟ ਲਿਸਟ ਦੇ ਵਿੱਚ ਆਪਣੇ ਕੋਲੇ 66 ਪੁਆਇੰਟ ਨੇ, ਉਹਦੇ ਵਿੱਚੋਂ ਵੀ ਕੁਝ ਪੁਆਇੰਟ ਟਾਈਮ ਅਮੈਂਡਮੈਂਟ ਕਰਕੇ ਚੇਂਜ ਹੋ ਚੁੱਕੇ ਨੇ, ਪਰ ਜਿਹੜੀ ਬਿਲਕੁਲ ਲੇਟੈਸਟ ਲਿਸਟ ਹੈ, ਜਦੋਂ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ 14 ਨੰਬਰ ਪੁਆਇੰਟ ਤੇ ਲਿਖਿਆ ਹੈ ਕਿ ਖੇਤੀਬਾੜੀ ਦੀ ਪੜ੍ਹਾਈ, ਉਹਦੀ ਖੋਜ, ਜਿਹੜੀਆਂ ਬਿਮਾਰੀਆਂ ਉਹ ਤੋਂ ਬਚਾਉਣ ਵਾਸਤੇ ਸਾਰੇ ਅਧਿਕਾਰ ਕਿਹਦੇ ਕੋਲ ਨੇ? ਸੂਬਾ ਸਰਕਾਰ ਕੋਲੇ। ਉਸ ਤੋਂ ਬਾਅਦ ਜ਼ਮੀਨ ਦਾ ਅਧਿਕਾਰ ਕਿਹਦਾ ਹੈ, ਜ਼ਮੀਨ ਨੂੰ ਕਿਹਨੂੰ ਦੇਣੀ ਹੈ, ਕਿਵੇਂ ਟਰਾਂਸਫਰ ਕਰਨੀ ਹੈ, ਉਹ ਸਾਰੇ ਅਧਿਕਾਰ ਵੀ ਕਿਹਦੇ ਕੋਲ ਨੇ? ਸੂਬਾ ਸਰਕਾਰ ਕੋਲੇ ਆ। ਹੁਣ ਜਦੋਂ ਉਸ ਤੋਂ ਬਾਅਦ 30 ਨੰਬਰ ਪੁਆਇੰਟ ਤੇ ਲਿਖਿਆ ਹੈ ਕਿ ਕੋਈ ਵੀ ਖੇਤੀਬਾੜੀ ਦੇ ਵਿੱਚ ਕਿਸੇ ਨੂੰ ਵੀ ਕੋਈ ਰਿਲੀਫ ਦੇਣੀ ਹੈ, ਕੋਈ ਕਰਜ਼ਾ ਮਾਫੀ ਕਰਨੀ ਹੈ, ਕੁਝ ਵੀ ਕਰਨੀ ਹੈ, ਉਹ ਅਧਿਕਾਰ ਕਿਹਦੇ ਕੋਲੇ ਆ? ਉਹ ਵੀ ਸੂਬਾ ਸਰਕਾਰ ਕੋਲੇ ਆ। 46 ਨੰਬਰ ਪੁਆਇੰਟ ਤੇ ਲਿਖਿਆ ਹੈ ਜੇ ਕੋਈ ਟੈਕਸ ਲਾਉਣਾ ਹੈ, ਉਹ ਵੀ ਸੂਬਾ ਸਰਕਾਰ ਨੇ ਲਾਉਣਾ ਹੈ। 47 48 ਨੰਬਰ ਪੁਆਇੰਟ ਤੇ ਲਿਖਿਆ ਹੈ ਜੇ ਕੋਈ ਡਿਊਟੀ ਲਾਉਣੀ ਹੈ, ਐਕਸਾਈਜ਼ ਡਿਊਟੀ ਹੈ, ਸਟੇਟ ਡਿਊਟੀ ਹੈ, ਕੋਈ ਵੀ ਜ਼ਮੀਨ ਤੇ ਖੇਤੀਬਾੜੀ ਤੇ, ਤਾਂ ਉਹ ਵੀ ਸਾਰਾ ਸੂਬਾ ਸਰਕਾਰ ਦਾ। ਤਾਂ ਇੱਥੋਂ ਬੜਾ ਕਲੀਅਰ ਹੁੰਦਾ ਹੈ ਕਿ ਸਾਰੇ ਦੇ ਸਾਰੇ ਖੇਤੀਬਾੜੀ ਦੇ ਅਧਿਕਾਰ ਸਿਰਫ ਸੂਬਾ ਸਰਕਾਰ ਕੋਲੇ ਨੇ, ਕੇਂਦਰ ਸਰਕਾਰ ਕੋਲੇ ਇਹਦਾ ਵੀ ਕੋਈ ਵੀ ਅਧਿਕਾਰ ਨਹੀਂ ਹੈ। ਹੁਣ ਜਦੋਂ ਆਪਾਂ ਤੀਜੀ ਗੱਲ ਕਰਦੇ ਹਾਂ ਕੌਨਕਰੈਂਟ ਲਿਸਟ ਦੀ, ਤਾਂ ਕੌਨਕਰੈਂਟ ਲਿਸਟ ਦੇ ਵਿੱਚ ਵੀ 3-4 ਜਗ੍ਹਾ ਤੇ ਖੇਤੀਬਾੜੀ ਦਾ ਜ਼ਿਕਰ ਹੋਇਆ, ਤਾਂ ਉਹਦੇ ਵਿੱਚ ਵੀ ਇਹੀ ਹੋਇਆ ਵੀ ਇਹ ਸਾਰੇ ਕੰਮ ਕੇਂਦਰ ਤੇ ਸੂਬਾ ਸਰਕਾਰ ਦੋਨੇ ਮਿਲ ਕੇ ਕਰ ਸਕਦੇ ਨੇ, ਪਰ ਉਹਦੇ ਵਿੱਚ ਵੀ ਕੌਨਕਰੈਂਟ ਜਿਹੜੀ ਕੰਬਾਈਨਡ ਲਿਸਟ ਹੈ, ਖੇਤੀਬਾੜੀ ਦੇ ਵਿੱਚ ਉਸ ਦਾ ਅਧਿਕਾਰ ਨਹੀਂ ਹੈ। ਤਾਂ ਕੁੱਲ ਮਿਲਾ ਕੇ 7ਵੇਂ ਸ਼ਡਿਊਲ ਨੂੰ ਜਦੋਂ ਤੁਸੀਂ ਸੰਵਿਧਾਨ ਦੇ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਬੜਾ ਕਲੀਅਰ ਪਤਾ ਲੱਗਦਾ ਹੈ ਕਿ ਖੇਤੀਬਾੜੀ ਇੱਕ ਸਟੇਟ ਦਾ, ਸੂਬਾ ਸਰਕਾਰ ਦਾ ਵਿਸ਼ਾ ਹੈ। ਖੇਤੀਬਾੜੀ ਦੇ ਵਿੱਚ ਕੇਂਦਰ ਸਰਕਾਰ ਦਾ ਕੋਈ ਦਖਲ ਨਹੀਂ ਹੈ। ਤਾਂ ਇਸੇ ਸੰਵਿਧਾਨ ਨੂੰ ਬਚਾਉਣ ਲਈ, ਇਸੇ ਸੰਵਿਧਾਨ ਦੀ ਲੜਾਈ ਕਿਸਾਨ ਆਗੂ ਲੜ ਰਹੇ ਨੇ। ਉਹਨਾਂ ਨੇ ਬੜੇ ਹੀ ਢੰਗ ਨਾਲ, ਬੜੇ ਸੁਚੱਜੇ ਢੰਗ ਨਾਲ ਸਰਕਾਰ ਨੂੰ ਇਹ ਗੱਲ ਕੰਨਾਂ ਵਿੱਚ ਪਾ ਦਿੱਤੀ ਹੈ ਕਿ ਖੇਤੀਬਾੜੀ ਸਾਡਾ ਸਟੇਟ ਦਾ, ਸੂਬਿਆਂ ਦਾ ਵਿਸ਼ਾ ਹੈ, ਤੁਸੀਂ ਇਹਦੇ ਵਿੱਚ ਨਾ ਲੈ ਕੇ ਆਓ। ਹੁਣ ਜਦੋਂ ਬਾਰ-ਬਾਰ ਇਹ ਗੱਲ ਚੱਲ ਰਹੀ ਸੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਅਸੀਂ ਇਸ ਗੱਲ ਤੇ ਫਸ ਚੁੱਕੇ ਹਾਂ, ਅਸੀਂ ਗਲਤ ਕਾਨੂੰਨ ਲੈ ਕੇ ਆਏ ਹਾਂ। ਤਾਂ ਪਹਿਲੀ ਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਖੇਤੀਬਾੜੀ ਮੰਤਰੀ ਹੈ ਤੋਮਰ ਜੀ, ਉਹਨਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ, ਅਸੀਂ ਇਹ ਕਾਨੂੰਨ ਟ੍ਰੇਡ ਐਂਡ ਕਮਰਸ ਵਾਸਤੇ ਲੈ ਕੇ ਆਏ। ਹੁਣ ਟ੍ਰੇਡ ਕੀ ਹੈ? ਵਪਾਰ। ਹੁਣ ਉਹ ਮੰਨ ਗਏ, ਉਹ ਮੰਨ ਰਹੇ ਨੇ ਕਿ ਇਹ ਕਾਨੂੰਨ ਜਿਹੜੇ ਲੈ ਕੇ ਆਏ ਅਸੀਂ ਵਪਾਰੀਆਂ ਵਾਸਤੇ ਲੈ ਕੇ ਆਏ। ਤਾਂ ਫਿਰ ਕਿਸਾਨ ਉਹੀ ਤਾਂ ਕਹਿ ਰਹੇ ਨੇ ਕਿ ਤੁਸੀਂ ਉਸ ਦਿਨ ਦਾ ਰੌਲਾ ਪਾ ਰੱਖਿਆ ਹੈ, ਤੁਸੀਂ ਸਾਰਾ ਨੈਸ਼ਨਲ ਮੀਡੀਆ ਕੈਪਚਰ ਕਰਕੇ ਸਾਰਾ ਆਪਦਾ ਸਰਕਾਰੀ ਤੰਤਰ ਇਸੇ ਗੱਲ ਤੇ ਲਾ ਰੱਖਿਆ ਹੈ ਕਿ ਇਹ ਕਾਨੂੰਨ ਖੇਤੀਬਾੜੀ ਦੇ ਨੇ, ਇਹ ਕਾਨੂੰਨ ਕਿਸਾਨਾਂ ਦੇ ਨੇ, ਕਿਸਾਨੀ ਵਾਸਤੇ ਅਸੀਂ ਲੈ ਕੇ ਆਏ, ਕਿਸਾਨਾਂ ਦੇ ਪੱਖ ਦੇ ਲੈ ਕੇ ਆਏ ਹਾਂ, ਇਹਨਾਂ ਨਾਲ ਕਿਸਾਨਾਂ ਦਾ ਭਲਾ ਹੋਊਗਾ। ਸਰਕਾਰ ਹਰ ਰੋਜ਼ ਕਿਤੇ ਨਾ ਕਿਤੇ ਮੱਧ ਪ੍ਰਦੇਸ਼, ਕਦੇ ਗੁਜਰਾਤ, ਕਦੇ ਯੂਪੀ ਦੇ, ਕਿਤੇ ਹਰਿਆਣਾ ਦੇ ਕਿਸਾਨਾਂ ਨੂੰ ਲੈ ਕੇ ਬੈਠ ਜਾਂਦੀ ਹੈ, ਉਹਨਾਂ ਕੋਲ ਲੈ ਕੇ ਜਾਂਦੀ ਹੈ ਕਿ ਤੁਹਾਡੇ ਵਾਸਤੇ ਅਸੀਂ ਕਾਨੂੰਨ ਲੈ ਕੇ ਆਏ ਹਾਂ, ਤੁਹਾਡੀ ਜ਼ਿੰਦਗੀ 'ਚ ਬਦਲਾਅ ਆ ਜਾਊਗਾ, ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲ ਜਾਊਗਾ। ਪਰ ਗੱਲ ਕਿੱਥੋਂ ਆ ਰਹੀ ਹੈ? ਗੱਲ ਸਿਰਫ ਉਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਵਾਸਤੇ ਬਣੇ ਹੀ ਨਹੀਂ। ਇਹ ਕਾਨੂੰਨ ਕਿਹਦੇ ਵਾਸਤੇ ਨੇ? ਵਪਾਰ ਵਾਸਤੇ, ਵਪਾਰੀਆਂ ਵਾਸਤੇ। ਤਾਂ ਹੀ ਕਿਸਾਨ ਬਾਰ-ਬਾਰ ਇਹ ਰੌਲਾ ਪਾ ਰਹੇ ਨੇ ਕਿ ਤੁਸੀਂ ਸਾਨੂੰ ਗੁੰਮਰਾਹ ਕਰ ਰਹੇ ਹੋ, ਤੁਸੀਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਤੇ ਬਾਕੀ ਲੋਕਾਂ ਨੂੰ ਵੀ ਗੁੰਮਰਾਹ ਕਰ ਰਹੇ ਹੋ ਕਿ ਕਿਸਾਨ ਜਿੱਦੀ ਨੇ, ਕਿਸਾਨ ਜਿੱਦ ਕਰ ਰਹੇ ਨੇ। ਹਾਲਾਂਕਿ ਹੋ ਕੀ ਰਿਹਾ ਕਿ ਕਾਨੂੰਨ ਬਣਾਏ ਜਾ ਰਹੇ ਨੇ ਵਪਾਰੀਆਂ ਵਾਸਤੇ, ਵਪਾਰ ਕਰਨ ਵਾਸਤੇ, ਪਰ ਨਾਮ ਕਿਹਦਾ ਲਾਇਆ ਰਿਹਾ? ਕਿਸਾਨਾਂ ਦਾ। ਹੁਣ ਗੱਲ ਇਹੀ ਹੈ, ਤਾਂ ਹੀ ਬਾਰ-ਬਾਰ ਕਿਸਾਨ ਇਹ ਰੌਲਾ ਪਾ ਰਹੇ ਨੇ ਕਿ ਅੰਬਾਨੀ, ਅਡਾਨੀ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਗੇ, ਉਹ ਵਪਾਰੀ ਨੇ। ਕੇਂਦਰ ਸਰਕਾਰ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ, ਉਹਨਾਂ ਦੇ ਹਿੱਤਾਂ ਵਾਸਤੇ ਕਾਨੂੰਨ ਬਣਾ ਰਹੀ ਹੈ। ਤਾਂ ਸਰਕਾਰਾਂ ਦਾ ਸਾਫ਼ ਇਸ ਤੋਂ ਪਤਾ ਚੱਲ ਰਿਹਾ ਕਿ ਕਾਨੂੰਨ ਖੇਤੀਬਾੜੀ ਲਈ ਨਹੀਂ ਨੇ। ਹੁਣ ਕਿਸਾਨ ਵੀ ਇਸੇ ਗੱਲ ਤੇ ਜਾਇਜ਼ ਮੰਗ ਰੱਖ ਰਹੇ ਨੇ, ਕੋਈ ਭੀਖ ਨਹੀਂ ਮੰਗ ਰਹੇ ਕਿ ਜੋ ਖੇਤੀਬਾੜੀ ਦਾ ਵਿਸ਼ਾ ਹੈ ਉਹ ਸਾਡੇ ਸਰਕਾਰਾਂ ਦਾ ਵਿਸ਼ਾ ਹੈ, ਸੂਬਾ ਸਰਕਾਰਾਂ ਦਾ। ਤਾਂ ਤੁਸੀਂ ਇਹਦੇ ਵਿੱਚ ਦਖਲਅੰਦਾਜ਼ੀ ਨਾ ਕਰੋ, ਤੁਹਾਡਾ ਕੋਈ ਅਧਿਕਾਰ ਨਹੀਂ। ਤੁਸੀਂ ਕੋਈ ਟ੍ਰੇਡ ਐਂਡ ਵਪਾਰ ਦੇ ਨਾਂ ਤੇ ਕਹਿ ਕੇ ਖੇਤੀਬਾੜੀ ਦਾ ਨਾਂ ਦੇ ਕੇ ਸਾਰੇ ਦੇਸ਼ 'ਚ ਗੁੰਮਰਾਹ ਕਰ ਰਹੇ ਹੋ, ਤਾਂ ਅਸੀਂ ਇਹ ਗੱਲ ਨਹੀਂ ਮੰਨਾਂਗੇ। ਹੁਣ ਦੇਖੋ ਇਹਦੇ ਵਿੱਚ ਮੇਨ ਗੱਲ ਕੀ ਹੈ ਕਿ ਲੋਕਤੰਤਰ ਦਾ ਘਾਣ ਹੋ ਰਿਹਾ ਹੈ।
ਲੋਕਤੰਤਰ ਦੇ ਵਿੱਚ ਲੋਕਾਂ ਦੀ ਆਵਾਜ਼ ਹੁੰਦੀ ਹੈ, ਉਸ ਦੇ ਵਿੱਚ ਖੇਤੀਬਾੜੀ ਜਿਹੜੀ ਗੱਲ ਹੈ ਕਿਸਾਨਾਂ ਦਾ ਵਿਸ਼ਾ ਹੈ। ਆਪਣੇ ਦੇਸ਼ ਦੇ ਵਿੱਚ ਮੈਜੋਰਟੀ ਕਿਸਾਨ ਨੇ, ਹੁਣ ਉਹਨਾਂ ਦੇ ਵਿੱਚ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕਿਸਾਨ ਕਹਿ ਰਹੇ ਨੇ ਕਿ ਸਾਡੇ ਨਾਲ ਕਦੇ ਸਲਾਹ ਨਹੀਂ ਕੀਤੀ, ਸਾਨੂੰ ਪੁੱਛ ਕੇ ਕਾਨੂੰਨ ਨਹੀਂ ਲਿਆਂਦੇ। ਕਿਸਾਨ ਇਹ ਕਹਿ ਰਹੇ ਨੇ ਕਿ ਸਾਨੂੰ ਇਹ ਕਾਨੂੰਨ ਚਾਹੀਦੇ ਨਹੀਂ। ਦੂਜੀ ਗੱਲ ਕਿ ਹੁਣ ਤੁਸੀਂ ਆਪ ਮੰਨਦੇ ਹੋ ਕਿ ਇਹ ਕਾਨੂੰਨ ਕਿਸਾਨਾਂ ਵਾਸਤੇ ਹੈ ਹੀ ਨਹੀਂ, ਇਹ ਕਾਨੂੰਨ ਟ੍ਰੇਡ ਵਾਸਤੇ ਹੈ, ਵਪਾਰ ਵਾਸਤੇ ਹੈ, ਵਪਾਰੀਆਂ ਵਾਸਤੇ ਹੈ। ਤਾਂ ਇਸ ਕਰਕੇ ਤਿੰਨੋਂ ਕਾਨੂੰਨ ਵਾਪਸ ਚਾਹੀਦੇ ਨੇ। ਹੁਣ ਦੇਖੋ, ਜੇ ਆਪਾਂ ਇਹ ਗੱਲ ਕਰਦੇ ਹਾਂ ਕਿ ਇਹ ਸੰਵਿਧਾਨ ਦੇ ਵਿੱਚ ਇਹ ਅਧਿਕਾਰ ਕਿਉਂ ਬਣੇ, ਬੜਾ ਕਲੀਅਰ ਆਪਾਂ ਨੂੰ ਸਪਸ਼ਟ ਢੰਗ ਨਾਲ ਸਮਝਣਾ ਚਾਹੀਦਾ ਹੈ ਕਿ ਸਟੇਟ ਤੇ ਸੈਂਟਰ ਦੇ ਅਧਿਕਾਰ, ਸੂਬਾ ਤੇ ਕੇਂਦਰ ਦੀ ਸਰਕਾਰਾਂ ਦੇ ਅਧਿਕਾਰ ਅਲੱਗ-ਅਲੱਗ ਕਿਉਂ ਹੁੰਦੇ ਨੇ ਹਰ ਇੱਕ ਚੀਜ਼ ਦੇ ਵਿੱਚ। ਹੁਣ ਤੁਸੀਂ ਇਹ ਲਾਓ ਵੀ ਜੇ ਸਾਰੇ ਦੇ ਸਾਰੇ ਅਧਿਕਾਰ ਹੀ ਸੈਂਟਰ ਸਰਕਾਰ ਆਪ ਲੈ ਲੇ ਤਾਂ ਸੂਬਾ ਸਰਕਾਰ ਕੀ ਕਰੂਗੀ? ਹੁਣ ਇਹ ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਹਰ ਵਾਰ ਜੋ ਸਰਕਾਰ ਆਪਣੀ ਸੈਂਟਰ 'ਚ ਹੋਵੇ ਉਹੀ ਆਪਣੀ ਸਟੇਟ ਵਿੱਚ ਹੋਵੇ। ਹੁਣ ਜੇ ਆਪਾਂ ਸਟੇਟ ਦੇ ਵਿੱਚ ਕਿਸੇ ਸਰਕਾਰ ਨੂੰ ਵੋਟਾਂ ਪਾ ਕੇ, ਆਪਣਾ ਲੋਕਤੰਤਰ ਹੈ, ਆਪਾਂ ਨੂੰ ਚੰਗਾ ਲੱਗਿਆ, ਆਪਾਂ ਸਰਕਾਰ ਨੂੰ ਬਿਠਾ ਦਿੱਤਾ। ਹੁਣ ਜੇ ਕੱਲ ਨੂੰ ਆਪਾਂ ਕੋਈ ਆਪਣੀ ਮੰਗ ਸਰਕਾਰ ਤੋਂ ਰੱਖਦੇ ਹਾਂ ਕਿ ਸਾਡੇ ਹਿੱਤਾਂ ਵਾਸਤੇ ਤੁਸੀਂ ਆਹ ਕੰਮ ਕਰੋ, ਤਾਂ ਉਹਨਾਂ ਨੇ ਤਾਂ ਹੱਥ ਖੜੇ ਕਰਦੇ ਨੇ ਕਿ ਇਹ ਤਾਂ ਸਾਡੇ ਅਧਿਕਾਰ ਖੇਤਰ 'ਚ ਆਉਂਦਾ ਹੀ ਨਹੀਂ, ਇਹ ਕਿਹਦਾ? ਸੈਂਟਰ ਦਾ। ਤੇ ਸੈਂਟਰ ਨੇ ਕਦੇ ਵੀ ਨਹੀਂ ਕਰਨਾ ਕਿਉਂਕਿ ਉਹ ਉਹਨਾਂ ਦੇ ਪੱਖ ਦੀ ਸਰਕਾਰ ਨਹੀਂ ਹੋਣੀ। ਤਾਂ ਇਸ ਦਾ ਮਤਲਬ ਸਾਰੇ ਦੇ ਸਾਰੇ ਅਧਿਕਾਰ ਜੇ ਸਟੇਟਾਂ ਦੇ ਖੋਏ ਗਏ ਤਾਂ ਸਟੇਟਾਂ ਕੋਲੇ ਕੋਈ ਪਾਵਰ ਨਹੀਂ ਰਹਿਣੀ, ਤਾਂ ਸਟੇਟਾਂ ਨੇ ਆਪਦੇ ਹੱਥ ਖੜੇ ਕਰ ਦੇਣੇ। ਆਮ ਲੋਕਾਂ ਦਾ ਜੋ ਜੀਵਨ ਹੈ ਉਹ ਸਾਰਾ ਹੀ ਇਹਦੇ ਨਾਲ ਚੇਂਜ ਹੋ ਜਾਣਾ ਹੈ ਤੇ ਲੋਕਾਂ ਨੂੰ ਬੜਾ ਹੀ ਗਲਤ ਬਦਲਾਅ ਆਉਣਾ ਹੈ। ਹੁਣ ਤੁਸੀਂ ਇਹ ਦੇਖੋ ਕਿ ਬਾਰ-ਬਾਰ ਆਪਣੇ ਕੋਲ ਗੱਲ ਆਉਂਦੀ ਹੈ ਕਿ GST ਦੀ, ਮੈਂ ਮੁੱਦੇ ਨੂੰ ਬੜਾ ਦੂਰ ਨਹੀਂ ਲੈ ਕੇ ਜਾਣਾ ਚਾਹੁੰਦਾ। ਉਹਦੇ ਵਿੱਚ ਹੁਣ ਜਦੋਂ ਆਪਣੀ ਸਰਕਾਰ ਕੀ ਕਹਿ ਰਹੀ ਹੈ, ਜੋ ਸਟੇਟ ਦੀ ਸਰਕਾਰ ਉਹ ਕਹਿ ਰਹੀ ਹੈ ਕਿ ਸਾਨੂੰ GST ਫੰਡ ਉੱਤੋਂ ਨਹੀਂ ਮਿਲਦੇ। ਆਪਾਂ ਸਰਕਾਰ ਤੋਂ ਕੁਝ ਮੰਗਦੇ ਤਾਂ ਸਰਕਾਰ ਕਹਿੰਦੀ ਸਾਡੇ ਕੋਲ ਦੇਣ ਨੂੰ ਕੁਝ ਨਹੀਂ ਹੈ, ਸਾਡੇ ਕੋਲ ਪੈਸੇ ਨਹੀਂ, ਸੈਂਟਰ ਪੈਸੇ ਨਹੀਂ ਦਿੰਦਾ। ਤਾਂ ਸਾਰੇ ਦੇ ਸਾਰੇ ਅਧਿਕਾਰ ਸੈਂਟਰ ਸਰਕਾਰ ਕੋਲੇ ਜਾਣੇ, ਇਹ ਬਹੁਤ ਗਲਤ ਹੈ। ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਆਪਾਂ ਨੂੰ ਇਸ ਚੀਜ਼ ਦੇ ਡਟ ਕੇ ਖੜਨਾ ਚਾਹੀਦਾ ਹੈ, ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ। ਸੈਂਟਰ ਦੀ ਸਰਕਾਰ, ਨੈਸ਼ਨਲ ਮੀਡੀਆ ਜੋ ਜ਼ਿਆਦਾਤਰ ਗੋਦੀ ਮੀਡੀਆ ਹੈ ਉਹ ਗੁੰਮਰਾਹ ਕਰ ਰਿਹਾ ਹੈ ਕਿ ਕਿਸਾਨ ਜਿੱਦ ਕਰ ਰਹੇ ਨੇ, ਕਿਸਾਨਾਂ ਦੇ ਕਾਨੂੰਨ ਨੇ। ਪਰ ਜੇ ਤੁਸੀਂ ਇਸ ਗੱਲ ਤੇ ਅੜੇ ਹੋ ਕਿ ਕਾਨੂੰਨ ਕਿਸਾਨਾਂ ਵਾਸਤੇ ਨੇ, ਤਾਂ ਬੜਾ ਹੀ ਸੰਵਿਧਾਨ ਸਾਰਾ ਕੁਝ ਦੱਸ ਰਿਹਾ ਹੈ ਕਿ ਕਿਸਾਨਾਂ ਵਾਸਤੇ, ਖੇਤੀਬਾੜੀ ਵਾਸਤੇ ਕਾਨੂੰਨ ਸੂਬਾ ਸਰਕਾਰ ਹੀ ਲਿਆ ਸਕਦੀ ਹੈ, ਕੇਂਦਰ ਦੀ ਸਰਕਾਰ ਨਹੀਂ ਲਿਆ ਸਕਦੀ। ਤਾਂ ਤੁਸੀਂ ਇਸ ਕਾਨੂੰਨਾਂ ਨੂੰ ਵਾਪਿਸ ਲਓ। ਇਹ ਕਾਲੇ ਕਾਨੂੰਨ ਨੇ, ਇਹ ਵਾਪਿਸ ਹੋਣੇ ਚਾਹੀਦੇ ਨੇ। ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਹੀ ਦੇਸ਼ ਵਾਸੀਆਂ ਨੂੰ ਕਿ ਤੁਸੀਂ ਕਿਸਾਨਾਂ ਦੇ ਨਾਲ ਖੜੋ। ਅੱਜ ਕਿਸਾਨਾਂ ਦੀ ਗੱਲ ਹੈ, ਇਸ ਤੋਂ ਪਹਿਲਾਂ ਵੀ ਸਰਕਾਰ ਅਮੈਂਡਮੈਂਟ ਕਰ ਚੁੱਕੀ ਹੈ। ਆਪਣੇ ਸੰਵਿਧਾਨ ਦੇ ਵਿੱਚ ਲਗਭਗ 100 ਵਾਰ ਅਮੈਂਡਮੈਂਟ ਸੋਧਾਂ ਹੋ ਚੁੱਕੀਆਂ, ਅੱਗੇ ਵੀ ਹੁੰਦੇ ਰਹਿਣਗੀਆਂ। ਜੇ ਅੱਜ ਕੇਂਦਰ ਸਰਕਾਰ ਇਹ ਕਾਨੂੰਨ ਲਿਆਈ, ਕਿਸੇ ਨੇ ਵਿਰੋਧ ਨਾ ਕੀਤਾ, ਤਾਂ ਕੱਲ ਨੂੰ ਘੱਟੋ ਘੱਟ 10 ਕਾਨੂੰਨ ਇਹੋ ਜਿਹੇ ਹੋਰ ਆਉਣਗੇ ਜਿਹਦੇ ਨਾਲ ਸਾਰਾ ਕੁਝ ਕਿਸਾਨਾਂ ਦੇ ਹੱਥ ਵਿੱਚ ਕੱਢ ਕੇ ਵਪਾਰੀਆਂ ਨੂੰ, ਵੱਡੇ ਘਰਾਣਿਆਂ ਨੂੰ ਦੇ ਦਿੱਤਾ ਜਾਊ ਤੇ ਮੁੜ ਕੇ ਕਿਸਾਨੀ ਦਾ ਕੁਝ ਨਹੀਂ ਬਚਣਾ। ਤਾਂ ਹੁਣ ਵੇਲਾ ਇਕਜੁੱਟ ਹੋਣ ਦਾ, ਤੇ ਇਹ ਆਪਾਂ ਨੂੰ ਇਹੀ ਚਾਹੀਦਾ ਕਿ ਕਿਵੇਂ ਨਾ ਕਿਵੇਂ ਕਿਸਾਨਾਂ ਦਾ ਸਮਰਥਨ ਕਰਕੇ ਇਹ ਕਾਨੂੰਨ ਸੈਂਟਰ ਸਰਕਾਰ ਤੋਂ, ਕੇਂਦਰ ਸਰਕਾਰ ਤੋਂ ਵਾਪਸ ਦਵਾਈਏ। ਠੀਕ ਹੈ, ਇਹੀ ਮੇਰਾ ਵੀਡੀਓ ਬਣਾਉਣ ਦਾ ਮੰਤਵ ਸੀ। ਤੇ ਮੇਰੀ ਅੱਗੇ ਵੀ ਤੁਹਾਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਮੈਂ ਪਿਛਲੀ ਵਾਰ ਵੀ ਕਿਹਾ ਸੀ, ਇਹ ਵੀਡੀਓ ਆਪਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਬਣਾ ਕੇ ਸਾਰਿਆਂ ਨੂੰ ਭੇਜਣੀ ਹੈ, ਤਾਂ ਕਿ ਸਾਰੇ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਜੋ ਕਿਸਾਨੀ ਨੂੰ ਪਿਆਰ ਕਰਦੇ ਨੇ, ਕਿਸਾਨਾਂ ਨੂੰ ਉਹਨਾਂ ਦੇ ਦਿਲ ਦੇ ਵਿੱਚ ਦੁੱਖ ਹੈ, ਦਰਦ ਹੈ ਕਿ ਕਿਸਾਨੀ ਦੱਬੀ ਜਾ ਰਹੀ ਹੈ, ਕਿਸਾਨਾਂ ਦਾ ਘਾਣ ਹੋ ਰਿਹਾ ਹੈ, ਤਾਂ ਉਹਨਾਂ ਤੱਕ ਪਹੁੰਚਾਈ ਜਾ ਸਕੇ। ਜੇ ਤੁਹਾਡੇ ਕੋਈ ਸੁਝਾਅ ਹੋਏ ਤਾਂ ਤੁਸੀਂ ਉਹ ਸੁਝਾਅ ਵੀ ਦੇ ਸਕਦੇ ਹੋ। ਮੇਰੀ ਬੇਨਤੀ ਹੈ ਕਿ ਤੁਸੀਂ ਇਸੇ ਵੀਡੀਓ ਨੂੰ ਚਾਹੇ ਨਾ ਸ਼ੇਅਰ ਕਰੋ, ਪਰ ਜਿਹੜਾ ਮੇਰਾ ਮਤਲਬ ਕੀ ਸੀ, ਮੇਰਾ ਮੋਟਿਵ ਕੀ ਸੀ ਕਿ ਜੋ ਮੈਨੂੰ ਜਾਣਦੇ ਨੇ, ਘੱਟੋ ਘੱਟ ਹਰ ਇੱਕ ਨੂੰ ਪਤਾ ਹੋਵੇ ਕਿ ਇਹ ਕਾਨੂੰਨ ਕਿਵੇਂ ਗਲਤ ਨੇ, ਕਿਵੇਂ ਇਹ ਗੈਰ ਸੰਵਿਧਾਨਿਕ ਨੇ। ਤਾਂ ਤੁਹਾਡੀ ਵੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਜੋ ਵੀ ਸੁਣ ਰਿਹਾ ਹੈ, ਤੁਸੀਂ ਜਿੰਨੇ ਤੁਹਾਡੇ ਲਿੰਕ ਦੇ ਵਿੱਚ ਸਾਰੇ ਬੰਦੇ ਨੇ ਉਹਨਾਂ ਨੂੰ ਇਹ ਗੱਲ ਸਮਝਾਉਣੀ ਹੈ। ਚਾਹੇ ਤਾਂ ਇਹ ਵੀਡੀਓ ਸ਼ੇਅਰ ਕਰ ਦਿਓ, ਚਾਹੇ ਆਪ ਦੀ ਵੀਡੀਓ ਬਣਾ ਕੇ ਪਾ ਦਿਓ। ਆਪਣਾ ਮੰਤਵ ਇੱਕ ਹੈ ਕਿ ਦੁਨੀਆ ਦੇ ਵਿੱਚ ਆਪਣੀ ਸਹੀ ਗੱਲ ਹਰ ਤੱਕ ਪਹੁੰਚੇ ਕਿ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰਾਂ ਨਾਲ ਤੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਜੇ ਕੋਈ ਗਲਤੀ ਹੋਈ ਤਾਂ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।